Beta, now we are discuss about the be a third year student. Now we are discuss about the Morgenthau's 6 principles of political realism. ठीक है, अगर realism ਦਾ ਕਿਸ ਨੂੰ ਪਿਤਾਮਾ ਜਾਂ father ਕਿਹਾ ਜਾਂਦਾ ਹੈ, that is Morgenthau, ਹੈ ਨਾ। Morgenthau ਜਿਹੜਾ ਹੈਗਾ ਬੇਟਾ basically ਜਰਮਨੀ ਦਾ ਹੈਗਾ, ਜਰਮਨੀ ਅਮਰੀਕਨ ਹੈਗਾ ਇਹ, ਠੀਕ ਹੈ। ਔਰ ਇਹਦੇ ਜਿਹੜੇ 6 ਸਿਧਾਂਤ ਹੈ ਰੀਅਲਿਜ਼ਮ ਨੂੰ ਲੈ ਕੇ ਜਿਹੜਾ ਹੈਗਾ ਇੰਟਰਨੈਸ਼ਨਲ ਪੋਲਿਟਿਕਸ ਦਾ, ਦੀ ਰੀਅਲਿਜ਼ਮ ਦਾ ਇਸ ਨੂੰ ਫਾਦਰ ਕਿਹਾ ਜਾਂਦਾ ਇੰਟਰਨੈਸ਼ਨਲ ਪੋਲਿਟਿਕਸ ਦਾ। ਔਰ ਮੋਰਗੈਂਥੋ ਜਿਹੜਾ ਹੈਗਾ ਇਹ ਕਹਿੰਦੇ ਯਹੂਦੀ ਹੈ, ਯਹੂਦੀ ਹੈਗਾ ਔਰ ਜਿਹੜਾ ਮਾਈਗ੍ਰੇਟ ਹੋ ਕੇ ਅਮਰੀਕਾ ਆ ਗਿਆ ਸੀਗਾ। ਉਸ ਤੋਂ ਬਾਅਦ ਬੇਟਾ ਮੋਰਗੈਂਥੋ ਨੇ ਰੀਅਲਿਜ਼ਮ ਦੇ ਉੱਤੇ ਕੰਮ ਕੀਤਾ। ਰੀਅਲਿਜ਼ਮ ਦੇ ਬਾਰੇ ਇਹਨੇ 6 ਪ੍ਰਿੰਸੀਪਲਸ ਜਿਹੜੇ ਸੀਗੇ ਉਹ ਜਾਰੀ ਕੀਤੇ। ਸਭ ਤੋਂ ਪਹਿਲਾਂ ਧਿਆਨ ਨਾਲ ਸੁਣਿਓ ਬੇਟਾ, ਇਹਦੀ ਵਰਡਿੰਗ ਤੇ ਨਾ ਜਾਇਓ, ਬਸ ਇਹਨੂੰ ਧਿਆਨ ਨਾਲ ਸਮਝੋ। ਨੰਬਰ 1 ਫਸਟ ਪ੍ਰਿੰਸੀਪਲ ਕੀ ਕਹਿੰਦਾ ਹੈ? ਆਬਜੈਕਟਿਵਸ ਲਾਜ਼ ਆਫ ਵੂਮਨ ਨੇਚਰ, ਮਨੁੱਖੀ ਸੁਭਾਅ ਦੇ ਵਸਤੂਨਿਸ਼ਟ ਕਾਨੂੰਨ। ਮੀਨਸ ਅਗਰ ਰੀਅਲਿਜ਼ਮ ਦੀਆਂ ਜੜ੍ਹਾਂ ਜਾਂ ਰੂਟਸ ਕਿਤੇ ਹੈਗੀਆਂ ਨੇ ਤਾਂ ਉਹ ਕਿੱਥੇ ਨੇ? ਮਨੁੱਖੀ ਸੁਭਾਅ ਦੇ ਵਿੱਚ ਹੈਗੀਆਂ ਨੇ, ਠੀਕ ਹੈ। ਜਿਸ ਤਰ੍ਹਾਂ ਦਾ ਰਾਜਨੀਤੀ ਆਮ ਸਮਾਜ ਦੀ ਤਰ੍ਹਾਂ ਹੀ ਉਹਨਾਂ ਵਸਤੂਨਿਸ਼ਟ ਕਾਨੂੰਨਾਂ ਦੁਆਰਾ ਸੰਚਲਿਤ ਹੁੰਦੀ ਹੈ ਜਿਨ੍ਹਾਂ ਦੀਆਂ ਜੜ੍ਹਾਂ ਕਿੱਥੇ ਹੁੰਦੀਆਂ ਨੇ? ਮਨੁੱਖੀ ਸੁਭਾਅ ਦੇ ਵਿੱਚ ਹੁੰਦੀਆਂ ਨੇ। ਉਸ ਤੋਂ ਬਾਅਦ ਆਉਂਦਾ ਹੈ ਫੈਕਟਸ ਆਫ ਹਿਊਮਨ ਰਿਲੇਸ਼ਨ, ਮਨੁੱਖੀ ਸੰਬੰਧਾਂ ਦੇ ਤੱਤ। ਮਨੁੱਖੀ ਸੁਭਾਅ ਦੇ ਵਸਤੂਨਿਸ਼ਟ ਕਾਨੂੰਨਾਂ ਨੂੰ ਜਾਣਨ ਦੇ ਲਈ ਮਨੁੱਖੀ ਸੁਭਾਅ ਦੇ ਭੂਤ ਦੇ ਨੂੰ ਜਾਣਨਾ, ਮਤਲਬ ਪਾਸਟ ਨੂੰ ਜਾਣਨਾ ਅਤੀ ਜ਼ਰੂਰੀ ਹੁੰਦਾ ਹੈ। ਅਗਰ ਇਨ ਸਿੰਪਲ ਮੀਨਿੰਗ ਅਗਰ ਮੈਂ ਆਪਾਂ ਗੱਲ ਕਰੀਏ, ਇਨ ਸਿੰਪਲ ਵਰਡਸ ਵੀ ਕੈਨ ਸੇ ਦੈਟਸ ਕਿ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਜਿਹੜੀਆਂ ਰੂਟਸ ਨੇ ਜਾਂ ਰੀਅਲਿਜ਼ਮ ਦੀਆਂ ਜਿਹੜੀਆਂ ਰੂਟਸ ਨੇ ਦੇ ਆਰ ਇਨ ਹਿਊਮਨ ਨੇਚਰ। ਜਿਹੋ ਜਿਹਾ ਆਦਮੀ ਦਾ ਨੇਚਰ ਹੋਏਗਾ ਉਹੀ ਜਿਹਾ ਹੀ ਉੱਥੇ ਦੀ ਇੰਟਰਨੈਸ਼ਨਲ ਪੋਲਿਟਿਕਸ ਹੋਏਗੀ ਜਾਂ ਉੱਥੇ ਦੇ ਹੀ ਉਸੇ ਤਰ੍ਹਾਂ ਹੀ ਲੋਕਾਂ ਦੀ ਉੱਥੇ ਦੀ ਵਿਚਾਰਧਾਰਾ ਹੋਏਗੀ। ਹੁਣ ਆਦਮੀ ਕੀ ਕਹਿੰਦਾ ਅਕੋਰਡਿੰਗ ਟੂ ਦਾ ਰੀਅਲਿਜ਼ਮ ਜਾਂ ਅਕੋਰਡਿੰਗ ਟੂ ਦਾ ਮੋਰਗੈਂਥੋ ਥਿਊਰੀ? ਉਹ ਹੀ ਕਹਿੰਦਾ ਹੈ ਆਦਮੀ ਦਾ ਨੇਚਰ ਕੀ ਹੈ? ਸੈਲਫਿਸ਼ ਮੈਨ ਹੈ ਨਾ। ਬਾਈ ਨੇਚਰ ਇਹ ਸੈਲਫਿਸ਼ ਹੈ, ਆਪਣੇ ਮਤਲਬ ਲਈ ਕਿਸੇ ਨੂੰ ਵੀ ਮਾਰਨ ਵਾਲਾ ਹੈ। ਸੋ ਇਸ ਤਰ੍ਹਾਂ ਦੇ ਜਦੋਂ ਆਦਮੀ ਦਾ ਨੇਚਰ ਹੋਏਗਾ ਤਾਂ ਕੁਆਇਟ ਓਬਵੀਅਸ ਉੱਥੇ ਦੀਆਂ ਜਿਹੜੀਆਂ ਨੀਤੀਆਂ ਹੋਣਗੀਆਂ ਜਾਂ ਉੱਥੇ ਦੇ ਦੇਸ਼ ਦਾ ਜਿਹੜਾ ਸੁਭਾਅ ਹੋਏਗਾ ਉਹ ਵੀ ਸੈਲਫਿਸ਼ਨੈਸ ਨਾਲ ਹੀ ਭਰਿਆ ਹੋਏਗਾ। ਉਸ ਤੋਂ ਬਾਅਦ ਉਹ ਕਹਿੰਦਾ ਹੈ ਦਾ ਸੈਕੰਡ ਪ੍ਰਿੰਸੀਪਲ ਇਹ ਕਹਿੰਦਾ ਹੈ ਰਾਸ਼ਟਰ ਸ਼ਕਤੀ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਰਾਸ਼ਟਰ ਹਿੱਤ, ਨੈਸ਼ਨਲ ਇੰਟਰਸਟ ਡਿਫਾਈਨਡ ਇਨ ਦ ਟਰਮਸ ਆਫ ਨੈਸ਼ਨਲ ਪਾਵਰਸ। ਮੀਨਸ ਹਰ ਇੱਕ ਰਾਸ਼ਟਰ ਹਿੱਤ ਜਿਹੜਾ ਹੈਗਾ, ਹਰ ਇੱਕ ਜਿਹੜਾ ਨੇਸ਼ਨ ਹੈ ਉਹ ਆਪਣੇ ਆਪ ਨੂੰ ਪਾਵਰਫੁਲ ਕਰਨਾ ਚਾਹੁੰਦਾ ਹੈ। ਕੁਆਇਟ ਓਬਵੀਅਸ ਅਗਰ ਜੋ ਦੇਸ਼ ਜਿੰਨਾ ਕਿ ਵੀ ਪਾਵਰਫੁਲ ਹੋਏਗਾ ਉਹਦੇ ਨੈਸ਼ਨਲ ਇੰਟਰਸਟ ਉਨੇ ਹੀ ਸੈਟਿਸਫਾਈਡ ਹੋਣਗੇ। ਨੈਸ਼ਨਲ ਇੰਟਰਸਟ ਕੈਨ ਬੀ ਸਿਕਿਉਰਡ ਓਨਲੀ ਥਰੂ ਦ ਯੂਜ਼ ਆਫ ਨੈਸ਼ਨਲ ਪਾਵਰ। ਔਰ ਰਾਸ਼ਟਰ ਹਿੱਤਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਕੀਤਾ ਜਾ ਸਕਦਾ ਹੈ? ਓਨਲੀ ਵਿਦ ਦ ਨੈਸ਼ਨਲ ਪਾਵਰ। ਅਗਰ ਨੈਸ਼ਨਲ ਪਾਵਰ ਹੋਏਗੀ ਕਿਸੇ ਸਟੇਟ ਕੋਲ ਜਾਂ ਦੇਸ਼ ਕੋਲ ਨੈਸ਼ਨਲ ਪਾਵਰ ਹੋਏਗੀ ਤਾਂ ਉਸਦੇ ਨੈਸ਼ਨਲ ਇੰਟਰਸਟ ਜਿਹੜੇ ਹੈਗੇ ਨੇ ਉਹ ਉਨੇ ਹੀ ਜ਼ਿਆਦਾ ਸਟਰੋਂਗ ਹੋਣਗੇ ਔਰ ਸਿਕਿਉਰ ਹੋਣਗੇ। ਲੈਸ ਇੰਪੋਰਟੈਂਸ ਟੂ ਦ ਮੋਟਿਵਸ, ਮੰਤਵਾਂ ਨੂੰ ਘੱਟ ਮਹੱਤਵਤਾ ਦਿੰਦਾ ਹੈ। ਮੋਰਗੈਂਥੋ ਦਾ ਇਹ ਸਿਧਾਂਤ ਮੋਟਿਵਸ ਨੂੰ, ਮੋਟੀਵੇਸ਼ਨਸ ਨੂੰ ਘੱਟ ਮਹੱਤਵ ਦਿੰਦਾ ਕਿ ਤੁਹਾਡਾ ਮੋਟਿਵ ਕੀ ਹੈ। ਨੋ, ਇਹ ਇਸ ਚੀਜ਼ ਨੂੰ ਡਿਫੈਂਡ ਕਰਦਾ ਹੈ ਕਿ ਰੀਅਲਿਜ਼ਮ ਦੇ ਵਿੱਚ ਅਸੀਂ ਉਸ ਮੋਟਿਵ ਨੂੰ ਪ੍ਰਾਪਤ ਕਰਨ ਦੇ ਲਈ ਕੀ ਕੀ ਯਤਨ ਕਰ ਰਹੇ ਹਾਂ। ਉਸ ਤੋਂ ਬਾਅਦ ਲੈਸ ਇੰਪੋਰਟੈਂਸ ਟੂ ਦ ਆਈਡੀਓਲੋਜੀਜ਼, ਡਜ਼ਨਟ ਮੈਟਰ, ਮੋਰਗੈਂਥੋ ਸੇਜ਼ ਦੈਟ ਡਜ਼ਨਟ ਮੈਟਰ ਆਈਡੀਓਲੋਜੀ ਕਿਹੋ ਜਿਹੀ ਹੈ, ਕਿਸੇ ਦੇਸ਼ ਦੀ ਆਈਡੀਓਲੋਜੀਜ਼ ਕਹੀ ਜਿਹੀ ਹੈ। ਨੋ, ਬਲਕਿ ਉਹਨਾਂ ਆਈਡੀਓਲੋਜੀਜ਼ ਤੋਂ ਹਟ ਕੇ ਉਸ ਦੇਸ਼ ਕੋਲ ਕਿੰਨੀ ਕੁ ਪਾਵਰ ਹੈ, ਉਹ ਦੇਸ਼ ਆਪਣੇ ਰਾਸ਼ਟਰੀ ਹਿੱਤਾਂ ਨੂੰ ਸਿਕਿਉਰ ਕਰਨ ਦੇ ਲਈ ਕਿੰਨਾ ਕੁ ਜ਼ਿਆਦਾ ਪਾਵਰਫੁਲ ਹੈ, ਇਸ ਦੇ ਉੱਤੇ ਜ਼ੋਰ ਦਿੰਦਾ ਹੈ। ਨੈਸ਼ਨਲ ਇੰਟਰਸਟ ਐਂਡ ਨੈਸ਼ਨਲ ਪਾਵਰਸ ਆਰ ਡਿਟਰਮਿਨੈਂਟਸ ਆਫ ਦ ਨੈਸ਼ਨਲ ਫੋਰਨ ਪੋਲਿਸੀ। ਰਾਸ਼ਟਰ ਹਿੱਤ ਅਤੇ ਰਾਸ਼ਟਰੀ ਸ਼ਕਤੀ ਵਿਦੇਸ਼ੀ ਨੀਤੀ ਦੇ ਨਿਰਧਾਰਕ ਤੱਤ ਹੁੰਦੇ ਨੇ। ਵਿਦੇਸ਼ੀ ਨੀਤੀ ਕੀ ਹੈ ਬੇਟਾ? ਵਿਦੇਸ਼ੀ ਨੀਤੀ ਉਹ ਨੀਤੀ ਹੈ ਜਿਸ ਦੇ ਰਾਹੀਂ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਨੂੰ ਕਾਇਮ ਕਰਦਾ ਹੈ। ਔਰ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਸੰਬੰਧ ਕਿਉਂ ਬਣਾਉਂਦਾ ਹੈ? ਤਾਂ ਕਿ ਉਸ ਦੀ ਰਾਸ਼ਟਰੀ ਸ਼ਕਤੀ ਵੱਧ ਸਕੇ ਅਤੇ ਉਸਦੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਹੋ ਸਕੇ। ਮਤਲਬ ਹਰ ਇੱਕ ਦੇਸ਼ ਜਿਹੜਾ ਹੈਗਾ ਉਹ ਸਿਰਫ ਔਰ ਸਿਰਫ ਆਪਣੇ ਮਤਲਬ ਲਈ ਹੀ ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਬਣਾਉਂਦਾ ਹੈ, ਅਦਰਵਾਈਜ਼ ਨਹੀਂ। ਉਸ ਤੋਂ ਬਾਅਦ ਹੈ ਫੁੱਲ ਸਪੋਰਟ ਟੂ ਦ ਰੇਸ਼ਨਲ ਫੋਰਨ ਪੋਲਿਸੀ, ਤਰਕਸ਼ੀਲ ਵਿਦੇਸ਼ੀ ਨੀਤੀ ਦਾ ਪੂਰਾ ਸਮਰਥਨ ਕਰਦਾ ਹੈ ਕਿ ਜੋ ਨੀਤੀ ਕਿਸੇ ਤਰਕ 'ਤੇ ਬਣਾਈ ਜਾਂਦੀ ਹੈ। ਅੱਜ ਕੋਈ ਵੀ ਦੇਸ਼ ਇੰਨਾ ਜ਼ਿਆਦਾ ਚੰਗਾ ਨਹੀਂ ਹੈ ਕਿ ਬਿਨਾਂ ਕਿਸੇ ਮਤਲਬ ਤੋਂ, ਬਿਨਾਂ ਕਿਸੇ ਤਰਕ ਤੋਂ ਕਿਸੇ ਦੂਸਰੇ ਦੇਸ਼ਾਂ ਦੇ ਨਾਲ ਰਿਲੇਸ਼ਨਸ਼ਿਪ ਕਾਇਮ ਕਰ ਸਕੇ। ਮੀਨਸ ਹਰ ਇੱਕ ਦੇਸ਼ ਦੇ ਦੂਸਰੇ ਦੇਸ਼ ਦੇ ਨਾਲ ਰਿਲੇਸ਼ਨ ਬਣਾਉਣ ਦੇ ਪਿੱਛੇ ਕੋਈ ਨਾ ਕੋਈ ਤਰਕ, ਕੋਈ ਨਾ ਕੋਈ ਰੀਜ਼ਨ, ਕੋਈ ਨਾ ਕੋਈ ਵਜ੍ਹਾ ਜਿਹੜੀ ਹੈਗੀ ਉਹ ਜ਼ਰੂਰ ਹੁੰਦੀ ਹੈ। ਉਸ ਤੋਂ ਬਾਅਦ ਬੇਟਾ ਆਉਂਦਾ ਥਰਡ ਪ੍ਰਿੰਸੀਪਲਸ ਹੈਗਾ ਹਿੱਤ ਦੀਆਂ ਪਰਿਵਰਤਨਸ਼ੀਲਤਾ, ਡਾਇਨਮਿਕਸ ਆਫ ਦੀ ਇੰਟਰਸਟਸ। ਮੀਨਸ ਹਮੇਸ਼ਾ ਹੀ
ਜਿਹੜੇ ਇੰਟਰਸਟ ਨੇ, ਰਾਸ਼ਟਰ ਹਿੱਤ ਨੇ, ਉਹ ਚਾਹੇ ਆਦਮੀ ਦੇ ਇੰਟਰਸਟ ਨੇ ਬੇਟਾ, ਚਾਹੇ ਉਹ ਕਿਸੇ ਦੇਸ਼ ਦੇ ਹਿੱਤ ਨੇ, ਕੰਟੀਨਿਊਸ ਪ੍ਰੋਸੈਸ ਦੇ ਵਿੱਚ ਚੇਂਜਸ ਆਉਂਦੀ ਰਹਿੰਦੀ ਨੇ। ਠੀਕ ਹੈ, ਅੱਜ ਤੋਂ 10 ਸਾਲ ਪਹਿਲਾਂ ਮੇਰੀ ਨੀਡ ਕੁਝ ਹੋਰ ਸੀ, ਲੇਕਿਨ ਅੱਜ ਤੋਂ 10 ਸਾਲ ਬਾਅਦ ਮੇਰੀ ਨੀਡ ਕੁਝ ਹੋਰ ਹੈ, ਔਰ ਆਉਣ ਵਾਲੇ 10 ਸਾਲਾਂ ਬਾਅਦ ਸ਼ਾਇਦ ਮੇਰੀ ਨੀਡ ਕੁਝ ਹੋਰ ਹੋਏਗੀ। ਇसी ਤਰ੍ਹਾਂ ਬੇਟਾ ਇੱਕ ਦੇਸ਼ ਜਿਹੜਾ ਹੈਗਾ, ਜਿਵੇਂ ਇੰਡੀਆ ਦੀ ਲੈ ਲਓ, 1947 ਤੋਂ ਪਹਿਲਾਂ ਸਾਡਾ ਮੋਟਿਵ ਕੀ ਸੀ? ਆਜ਼ਾਦੀ ਨੂੰ ਪਾਉਣਾ। 1947 ਤੋਂ ਬਾਅਦ ਸਾਡਾ ਮੋਟਿਵ ਕੀ ਹੈ? ਕਿ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਸਟਰੋਂਗ ਕਰਨਾ। ਨਾਓ ਸਾਡਾ ਮੋਟਿਵ ਕੀ ਹੈ? ਕਿ ਆਪਣੇ ਦੇਸ਼ ਨੂੰ ਪਾਵਰਫੁਲ ਬਣਾਉਣਾ ਅਤੇ ਦੂਸਰੇ ਦੇਸ਼ਾਂ ਦੇ ਨਾਲ ਇੱਕ ਵਧੀਆ ਸੰਬੰਧ ਕਾਇਮ ਕਰਨਾ। ਉਸ ਤੋਂ ਬਾਅਦ ਆਉਂਦਾ ਹੈ ਕੰਟੀਨਿਊਸ ਇਵੈਲੂਏਸ਼ਨ ਆਫ ਦ ਨੈਸ਼ਨਲ ਇੰਟਰਸਟ ਐਂਡ ਨੈਸ਼ਨਲ ਪਾਵਰ। ਰਾਸ਼ਟਰ ਹਿੱਤਾਂ ਅਤੇ ਰਾਸ਼ਟਰੀ ਸ਼ਕਤੀ ਦਾ ਨਿਰੰਤਰ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਪਾਵਰ ਇੱਕ ਵਾਰ ਲੈ ਲਈ ਜਾਂ ਨੈਸ਼ਨਲ ਹਿੱਤ ਇੱਕ ਵਾਰ ਪ੍ਰਾਪਤ ਕਰ ਲਿੱਤੇ ਤਾਂ ਉਸ ਦਾ ਮੁਲਾਂਕਣ ਨਹੀਂ ਹੋਏਗਾ, ਬਲਕਿ ਉਸ ਨੂੰ ਕੰਟੀਨਿਊਡ ਇਵੈਲੂਏਟ ਕੀਤਾ ਜਾ ਸਕਦਾ ਹੈ ਕਿ ਵਾਕਈ ਹੀ ਜਿਹੜੀ ਨੈਸ਼ਨਲ ਪਾਵਰ ਹੈ ਉਹ ਕੰਟੀਨਿਊਸ ਦੇ ਵਿੱਚ ਸਟੇਬਲ ਹੈ ਜਾਂ ਫਿਰ ਨਹੀਂ ਹੈ। ਉਸ ਤੋਂ ਬਾਅਦ ਆਉਂਦਾ ਹੈ ਫੋਰਥ ਪ੍ਰਿੰਸੀਪਲ, ਅਬਸਟਰੈਕਟ ਮੋਰਲ ਪ੍ਰਿੰਸੀਪਲ ਕੈਨ ਨਾਟ ਬੀ ਅਪਲਾਈਡ ਔਨ ਦ ਪੋਲੀਟਿਕਸ। ਉਹ ਕਹਿੰਦਾ, ਮੋਰਗੈਂਥੋ ਕਹਿੰਦਾ ਹੈ ਕਿ ਪੋਲੀਟਿਕਸ ਔਰ ਜਿਹੜੇ ਪ੍ਰਿੰਸੀਪਲਸ ਨੇ, ਮੋਰਲ ਪ੍ਰਿੰਸੀਪਲਸ, ਉਹਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ। ਨੈਤਿਕਤਾ ਨੂੰ ਉਹ ਇੰਪੋਰਟੈਂਸ ਨਹੀਂ ਦਿੰਦਾ। ਉਹ ਜਦ ਕਿ ਜਿੱਥੇ ਰੀਅਲਿਜ਼ਮ ਆ ਗਿਆ ਬੇਟਾ, ਉੱਥੇ ਆਈਡੀਓਲੋਜੀਜ਼ ਜਾਂ ਉੱਥੇ ਮੋਰਲ ਪ੍ਰਿੰਸੀਪਲਸ ਨੂੰ ਉਹ ਸਪੋਰਟ ਨਹੀਂ ਕਰੇਗਾ। ਉਸ ਤੋਂ ਬਾਅਦ ਆਉਂਦਾ ਹੈ ਵਿਵੇਕ ਹੀ ਮਾਰਗਦਰਸ਼ਕ ਹੋ ਸਕਦਾ ਹੈ, ਕਿ ਤੁਹਾਡਾ ਜਿਹੜਾ ਮਾਈਂਡ ਹੈ, ਤੁਹਾਡੀ ਜਿਹੜੀ ਸੋਚ ਹੈ, ਉਹੀ ਤੁਹਾਡਾ ਬੈਸਟ ਗਾਈਡ ਹੋ ਸਕਦੀ ਹੈ, ਅਦਰਵਾਈਜ਼ ਹੋਰ ਚੀਜ਼ਾਂ ਨਹੀਂ। ਫਿਫਥ ਪ੍ਰਿੰਸੀਪਲ ਕੀ ਕਹਿੰਦਾ ਹੈ? ਡਿਫਰੈਂਸ ਬਿਟਵੀਨ ਦ ਮੋਰਲ ਐਸਪੀਰੇਸ਼ਨਸ ਆਫ ਦੀ ਨੇਸ਼ਨ ਐਂਡ ਯੂਨੀਵਰਸਲ ਮੋਰਲ ਪ੍ਰਿੰਸੀਪਲਸ। ਰਾਸ਼ਟਰ ਦੀਆਂ ਨੈਤਿਕ ਇੱਛਾਵਾਂ ਔਰ ਸਰਵ ਵਿਆਪਕ ਨੈਤਿਕ ਇੱਛਾਵਾਂ ਦੇ ਵਿੱਚ ਫਰਕ ਹੁੰਦਾ ਹੈ। ਮੇਰੀ ਨੈਤਿਕ ਇੱਛਾ ਮੇਰੇ ਲਈ ਕੁਝ ਹੋਰ ਹੋਏਗੀ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਪੂਰੇ ਦੇਸ਼ ਦੇ ਲਈ ਜਾਂ ਪੂਰੇ ਸਮਾਜ ਦੇ ਲਈ ਉਹ ਨੈਤਿਕ ਹੀ ਹੋਵੇ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਨੇਸ਼ਨਸ ਆਲਵੇਜ਼ ਟਰਾਈ ਟੂ ਸਿਕਿਉਰ ਨੈਸ਼ਨਲ ਇੰਟਰਸਟ ਐਂਡ ਨਾਟ ਅ ਮੋਰਲ ਪ੍ਰਿੰਸੀਪਲ। ਰਾਸ਼ਟਰ ਸਦਾ ਹੀ ਰਾਸ਼ਟਰ ਹਿੱਤਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਨੇ, ਨਾ ਕਿ ਆਪਣੇ ਨੈਤਿਕ ਸਿਧਾਂਤਾਂ ਨੂੰ, ਹੈ ਨਾ। ਕਿ ਰਾਸ਼ਟਰ ਹਿੱਤ ਮੋਰਲ ਸਿਧਾਂਤਾਂ ਨਾਲੋਂ ਜ਼ਿਆਦਾ ਇੰਪੋਰਟੈਂਸ ਕਿਸ ਨੂੰ ਦਿੰਦੇ ਨੇ? ਆਪਣੇ ਹਿੱਤਾਂ ਨੂੰ, ਆਪਣੇ ਇੰਟਰਸਟ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ। ਸਿਕਸਥ ਪ੍ਰਿੰਸੀਪਲ, ਆਟੋਨਮੀ ਆਫ ਦ ਨੈਸ਼ਨਲ ਇੰਟਰਨੈਸ਼ਨਲ ਪੋਲੀਟਿਕਸ। ਜਿਹੜਾ ਮੋਰਗੈਂਥੋ ਹੈ, ਉਹਦਾ 6ਵਾਂ ਪ੍ਰਿੰਸੀਪਲ ਇਹ ਕਹਿੰਦਾ ਹੈ ਕਿ ਓਵਰਆਲ ਪੂਰੇ ਵਰਲਡ ਦੇ ਵਿੱਚ, ਓਵਰਆਲ ਪੂਰੇ ਗਲੋਬਲ ਦੇ ਵਿੱਚ ਸਿਰਫ ਔਰ ਸਿਰਫ ਇੰਟਰਨੈਸ਼ਨਲ ਪੋਲੀਟਿਕਸ ਹੀ ਹੈ ਜਿਸ ਦੀ ਖੁਦ ਮੁਖਤਿਆਰੀ ਹੈ। ਮੀਨਸ ਇੰਟਰਨੈਸ਼ਨਲ ਪੋਲੀਟਿਕਸ ਹੀ ਸਭ ਕੁਝ ਹੈ। ਇਸੀ ਦੇ ਬਿਹਾਫ ਦੇ ਉੱਤੇ ਹਰ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਸੰਬੰਧਾਂ ਨੂੰ ਕਾਇਮ ਕਰਦਾ ਹੈ। ਸਮਝ ਆ ਗਈ? ਉਸ ਤੋਂ ਬਾਅਦ ਆਉਂਦੇ ਆ ਬੇਟਾ ਇਹਦਾ ਕ੍ਰਿਟਿਸਿਜ਼ਮ ਨੰਬਰ 1, ਓਵਰ ਐਮਫਸਿਸ ਔਨ ਦੀ ਪਾਵਰ। ਸ਼ਕਤੀ ਦੇ ਉੱਤੇ ਵਧੇਰੇ ਜ਼ੋਰ ਦਿੱਤਾ ਹੈ, ਹਰ ਚੀਜ਼ ਦੇ ਵਿੱਚ ਸ਼ਕਤੀ ਦੀ ਗੱਲ ਕੀਤੀ ਹੈ ਕਿ ਦੂਸਰੇ ਦੇਸ਼ ਆਪਣੀ ਸ਼ਕਤੀ ਵਧਾਉਣਾ, ਦੂਸਰੇ ਦੇਸ਼ਾਂ ਤੋਂ ਸ਼ਕਤੀ ਪ੍ਰਾਪਤ ਕਰਨਾ, ਦੂਸਰੇ ਦੇਸ਼ਾਂ ਦੇ ਨਾਲ ਸ਼ਕਤੀ ਦਾ ਪ੍ਰਯੋਗ ਕਰਕੇ ਸ਼ਕਤੀ ਨੂੰ ਹਾਸਿਲ ਕਰਨਾ। ਸੋ ਮੋਰਗੈਂਥੋ ਨੇ ਆਪਣੀ ਇਸ ਥਿਊਰੀ ਦੇ ਵਿੱਚ, ਇਸ ਆਪਣੇ 6 ਪ੍ਰਿੰਸੀਪਲਸ ਦੇ ਵਿੱਚ ਸਿਰਫ ਔਰ ਸਿਰਫ ਪਾਵਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ। ਨਾ ਤਾਂ ਪੂਰੀ ਤਰ੍ਹਾਂ ਅਨੁਭਵਵਾਦੀ ਤੇ ਨਾ ਹੀ ਪੂਰੀ ਤਰ੍ਹਾਂ ਤਰਕਸੰਗਤ, ਨਾਈਦਰ ਫੁੱਲੀ ਇੰਪੀਰੀਕਲ ਐਂਡ ਨੌਰ ਫੁੱਲੀ ਲੌਜੀਕਲ। ਮੋਰਗੈਂਥੋ ਦੀ ਇਹ ਥਿਊਰੀ ਨਾ ਤਾਂ ਪੂਰੀ ਤਰ੍ਹਾਂ ਲੌਜੀਕਲ ਹੈ, ਕਿਉਂਕਿ ਮੋਰਗੈਂਥੋ ਮੰਨਦਾ ਹੈ ਕਿ ਮਨੁੱਖ ਦੀ ਤਰ੍ਹਾਂ ਹੀ ਹਰ ਰਾਸ਼ਟਰ ਸਦਾ ਸ਼ਕਤੀ ਪ੍ਰਾਪਤ ਕਰਨ ਦੇ ਵਿੱਚ ਲੱਗਿਆ ਰਹਿੰਦਾ ਹੈ ਔਰ ਜਿਹੜੀ ਸ਼ਕਤੀ ਦੀ ਦੌੜ ਦੇ ਵਿੱਚ ਲੱਗਿਆ ਰਹਿੰਦਾ ਹੈ, ਜਦ ਕਿ ਉਸ ਦੀ ਇਸ ਧਾਰਨਾ ਦਾ ਉਚਿਤ ਪਰਖ ਕੋਈ ਵੀ ਨਹੀਂ ਹੈ। ਠੀਕ ਹੈ, ਕਦਰਾਂ ਕੀਮਤਾਂ ਦੀ ਮਹੱਤਵਤਾ ਨੂੰ ਅੱਖੀਂ ਓਹਲੇ ਕੀਤਾ ਹੈ। ਇੰਪੋਰਟੈਂਸ ਆਫ ਦ ਵੈਲਿਊਜ਼, ਇਸਨੇ ਵੈਲਿਊਜ਼ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ, ਜਦ ਕਿ ਅੱਜ ਆਪਣੇ ਇੰਡੀਆਜ਼ ਦੇ ਵਿੱਚ ਮੋਡਰਨ ਵੈਲਿਊਜ਼ ਕਰਕੇ ਹੀ ਇੱਥੇ ਵਿਜ਼ਿਟਰਸ ਆਉਂਦੇ ਨੇ, ਇੱਥੇ ਦੀ ਸੰਸਕ੍ਰਿਤੀ ਨੂੰ ਫੋਲੋ ਕਰਦੇ ਨੇ ਲੋਕੀ। ਸੋ ਮੋਰਲ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਸ ਦੀ ਇੰਪੋਰਟੈਂਸ ਜਿਹੜੀ ਹੈਗੀ ਹੈ ਇਸਨੂੰ ਅੱਖੀਓਂ ਓਹਲੇ ਕੀਤਾ ਹੈ, ਇਗਨੋਰ ਕੀਤਾ। ਅਨਸਾਇੰਟੀਫਿਕ ਅਪਰੋਚ, ਅਣਵਿਗਿਆਨਿਕ ਦ੍ਰਿਸ਼ਟੀਕੋਣ। ਉਹ ਇਹ ਕਹਿੰਦਾ ਹੈ ਕਿ ਮੋਰਗੈਂਥੋ ਦਾ ਯਥਾਰਥਵਾਦੀ ਸਿਧਾਂਤ ਹੀ ਕਹਿੰਦਾ ਹੈ ਕਿ ਮਨੁੱਖੀ ਸੁਭਾਅ ਵਿੱਚ ਇਸ ਦੀਆਂ ਜੜ੍ਹਾਂ ਹਨ ਅਤੇ ਮਨੁੱਖੀ ਸੁਭਾਅ ਦਾ ਕੋਈ ਵੀ ਵਿਗਿਆਨਿਕ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਮਨੁੱਖੀ ਜਿਹੜਾ ਸੁਭਾਅ ਹੈ ਉਹ ਚੰਚਲ ਹੁੰਦਾ ਹੈ, ਕਦੀ ਵੀ ਬਦਲਦਾ ਹੈ ਨਾ। ਅਤੇ ਇਸ ਕਰਕੇ ਇਸ ਨੂੰ ਇੰਟਰਨੈਸ਼ਨਲ ਪੋਲੀਟਿਕਸ ਨੂੰ ਜਾਂ ਵਿਦੇਸ਼ੀ ਨੀਤੀ ਨੂੰ ਸਿਰਫ ਔਰ ਸਿਰਫ ਮਨੁੱਖੀ ਸੁਭਾਅ ਨਾਲ ਜੋੜਨਾ ਕਿਤੇ ਨਾ ਕਿਤੇ ਗਲਤ ਸਾਬਿਤ ਹੁੰਦਾ ਹੈ। ਨੈਸ਼ਨਲ ਪਾਵਰ ਐਂਡ ਨੈਸ਼ਨਲ ਇੰਟਰਸਟ ਕੈਨ ਨਾਟ ਬੀ ਮੈਜਰਡ। ਹੁਣ ਮੋਰਗੈਂਥੋ ਕਹਿੰਦਾ ਰਾਸ਼ਟਰੀ ਸ਼ਕਤੀ ਔਰ ਰਾਸ਼ਟਰੀ ਹਿੱਤਾਂ ਦਾ ਲਗਾਤਾਰ ਮੁਲਾਂਕਣ ਕਰਨਾ ਚਾਹੀਦਾ, ਬਟ ਵੀ ਨੈਵਰ ਨੋ, ਹੈ ਨਾ। ਔਰ ਇਹ ਜ਼ਰੂਰੀ ਨਹੀਂ ਹੈ ਕਿਸੇ ਦੀ ਪਾਵਰ ਨੂੰ ਬੇਟਾ, ਕਿਸੇ ਦੇ ਹਿੱਤਾਂ ਨੂੰ ਜੱਜ ਨਹੀਂ ਕੀਤਾ ਜਾ ਸਕਦਾ। ਹੂ ਕੈਨ ਸੇ ਦੈਟ ਕਿ ਮੈਂ ਬਹੁਤ ਪਾਵਰਫੁੱਲ ਹਾਂ, ਕਿੰਨੀ ਕੁ ਪਾਵਰਫੁੱਲ ਹੈ, ਅਸੀਂ ਉਸਦੀ ਸ਼ਕਤੀ ਨੂੰ ਮਾਪਿਆ ਨਹੀਂ ਜਾ ਸਕਦਾ, ਹੈ ਨਾ।
ਉਸ ਤੋਂ ਬਾਅਦ ਆਉਂਦਾ ਹੈ ਸਪੋਰਟ ਆਫ ਦੀ ਵਾਰ, ਯੁੱਧ ਦਾ ਪੂਰਾ ਸਮਰਥਨ ਕੀਤਾ ਹੈ। ਮੋਰਗੈਂਥੋ ਕਹਿੰਦਾ ਹੈ ਕਿ ਸ਼ਕਤੀ ਨੂੰ ਹਾਸਿਲ ਕਰਨਾ ਤਾਂ ਸ਼ਕਤੀ ਨੂੰ ਹੀ ਜਿਹੜਾ ਹੈਗਾ ਉਹ ਸਾਹਮਣੇ ਆਉਣਾ ਪਏਗਾ, ਸੋ ਇਸ ਕਰਕੇ ਉਹ ਯੁੱਧਾਂ ਦਾ ਸਮਰਥਨ ਕਰਦਾ ਹੈ। ਨੈਤਿਕਤਾ ਦੀ ਮਹੱਤਵਤਾ ਨੂੰ ਅੱਖੀਂ ਓਹਲੇ ਕੀਤਾ। ਉਹ ਕਹਿੰਦਾ ਹੈ ਕਿ ਨੈਤਿਕਤਾ ਨਾਲੋਂ ਜ਼ਿਆਦਾ ਇੰਪੋਰਟੈਂਸ ਇਸਨੇ ਦਿੱਤੀ ਹੈ ਨੇ ਨੈਸ਼ਨਲ ਇੰਟਰਸਟ ਨੂੰ ਇੰਪੋਰਟੈਂਸ ਦਿੱਤੀ ਹੈ। ਨੈਤਿਕਤਾ ਅਤੇ ਰਾਸ਼ਟਰੀ ਹਿੱਤਾਂ ਵਿਚਕਾਰ ਇਕਸੁਰਤਾ ਕਾਇਮ ਕਰਨ ਦੀ ਲੋੜ ਹੈ। ਰਾਸ਼ਟਰੀ ਹਿੱਤ ਔਰ ਨੈਤਿਕਤਾ ਦੋਨੋਂ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਜਿਨ੍ਹਾਂ ਦਾ ਕੰਟੀਨਿਊ ਪ੍ਰੋਸੈਸ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ ਹੈ। ਓਵਰ ਇੰਪੋਰਟੈਂਸ ਟੂ ਦਾ ਪ੍ਰੂਡੈਂਸ, ਵਿਵੇਕ ਨੂੰ ਬਹੁਤ ਮਹੱਤਵ ਦਿੱਤਾ ਹੈ ਇਸਨੇ ਸ਼ਕਤੀ ਨੂੰ, ਜਦ ਕਿ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਇੱਕ ਮਨੁੱਖ ਦਾ ਦਿਮਾਗ ਜਿਹੜਾ ਹੈਗਾ ਉਹ ਹਮੇਸ਼ਾ ਹੀ ਸਹੀ ਕੰਮ ਕਰ ਸਕੇ। ਮਿਕਸਚਰ ਆਫ ਦ ਰੀਅਲਿਜ਼ਮ ਐਂਡ ਆਈਡੀਅਲਿਜ਼ਮ, ਮੋਰਗੈਂਥੋ ਦਾ ਜਿਹੜਾ ਇਹ ਵਿਚਾਰ ਹੈ ਉਹ ਆਦਰਸ਼ਵਾਦ ਅਤੇ ਯਥਾਰਥਵਾਦ ਦਾ ਮਿਸ਼ਰਣ ਹੈ, ਕਿਉਂਕਿ ਮੋਰਗੈਂਥੋ ਦੇ ਯਥਾਰਥਵਾਦੀ ਸਿਧਾਂਤ ਨੂੰ ਪੂਰੀ ਤਰ੍ਹਾਂ ਯਥਾਰਥਵਾਦੀ ਸਿਧਾਂਤ ਨਹੀਂ ਮੰਨਦੇ, ਸਗੋਂ ਉਹਨਾਂ ਦਾ ਵਿਚਾਰ ਹੈ ਕਿ ਯਥਾਰਥਵਾਦ ਅਤੇ ਆਦਰਸ਼ਵਾਦ ਦਾ ਮਿਸ਼ਰਣ ਹੈ। ਕਿਉਂਕਿ ਮੋਰਗੈਂਥੋ ਦਾ ਵਿਚਾਰ ਹੈ ਕਿ ਸਾਰੇ ਰਾਜ ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਨੇ ਅਤੇ ਸਾਰਿਆਂ ਨੂੰ ਸ਼ਕਤੀ ਪ੍ਰਾਪਤ ਵੀ ਕਰਨੀ ਚਾਹੀਦੀ ਹੈ। ਇਸ ਦਾ ਅਰਥ ਇਹ ਹੋਇਆ ਕਿ ਜੋ ਇੱਕ ਰਾਸ਼ਟਰ ਕਰ ਰਿਹਾ ਉਹੀ ਦੂਸਰਾ ਰਾਸ਼ਟਰ ਕਰ ਰਿਹਾ ਹੈ। ਸੋ ਗੈਰ ਰਾਜਨੀਤਿਕ ਸੰਬੰਧਾਂ ਦੀ ਭੂਮਿਕਾ ਨੂੰ ਅੱਖੀਂ ਓਹਲੇ ਕੀਤਾ ਹੈ। ਉਹ ਇਹ ਕਹਿੰਦਾ ਹੈ, ਮੋਰਗੈਂਥੋ ਨੇ ਸਿਰਫ ਔਰ ਸਿਰਫ ਕਿਸ ਦੀ ਗੱਲ ਕੀਤੀ ਹੈ, ਇੱਕ ਦੇਸ਼ ਤੇ ਦੂਸਰੇ ਦੇਸ਼ਾਂ ਦੇ ਸਿਰਫ ਪੋਲੀਟੀਕਲ ਰਿਲੇਸ਼ਨਸ ਦੀ ਗੱਲ ਕੀਤੀ ਹੈ, ਜਦ ਕਿ ਇੱਕ ਦੇਸ਼ ਦੇ ਨਾਲ ਦੂਸਰੇ ਦੇਸ਼ਾਂ ਦੇ ਨਾਲ ਸਿਰਫ ਔਰ ਸਿਰਫ ਪੋਲੀਟੀਕਲ ਰਿਲੇਸ਼ਨਸ ਨਹੀਂ ਹੁੰਦੇ, ਇਕਨੋਮਿਕ ਰਿਲੇਸ਼ਨਸ ਵੀ ਹੁੰਦੇ ਨੇ, ਸੋਸ਼ਲ ਰਿਲੇਸ਼ਨਸ ਵੀ ਹੁੰਦੇ ਨੇ, ਠੀਕ ਹੈ, ਧਾਰਮਿਕ ਰਿਲੇਸ਼ਨਸ ਵੀ ਹੁੰਦੇ ਨੇ, ਸਾਂਸਕ੍ਰਿਤਿਕ ਕਾਰਜਕ੍ਰਮ ਵੀ ਹੁੰਦੇ ਨੇ, ਖੇਡਾਂ ਵੀ ਹੁੰਦੀਆਂ ਨੇ। ਸੋ ਇਸ ਕਰਕੇ ਸਿਰਫ ਔਰ ਸਿਰਫ ਪੋਲੀਟਿਕਸ ਦੇ ਬਿਹਾਫ 'ਤੇ ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਨਾਲ ਨੀਤੀਆਂ ਨੂੰ ਕਾਇਮ ਨਹੀਂ ਕਰਦਾ। ਉਸ ਤੋਂ ਬਾਅਦ ਹੈਗਾ ਪੋਲੀਟਿਕਸ ਇਜ਼ ਨਾਟ ਆਟੋਨਮਸ, ਰਾਜਨੀਤੀ ਦੀ ਖੁਦ ਮੁਖਤਿਆਰੀ ਨਹੀਂ ਹੈ, ਬਲਕਿ ਰਾਜਨੀਤਿਕ ਦੀ ਬਜਾਏ ਆਰਥਿਕ, ਧਾਰਮਿਕ, ਸਮਾਜਿਕ, ਨੈਤਿਕ ਜਿਹੜੇ ਹੈਗੇ ਨੇ ਉਹਨਾਂ ਦੇ ਪੱਖ ਵੀ ਜਿਹੜੇ ਹੈਗੇ ਨੇ ਜ਼ਰੂਰ ਦੇਖਣੇ ਚਾਹੀਦੇ ਨੇ। ਵਿਚਾਰਧਾਰਾ ਦੀ ਮਹੱਤਵਤਾ ਨੂੰ ਅੱਖੀਂ ਓਹਲੇ ਕੀਤਾ। ਇੰਪੋਰਟੈਂਸ ਆਫ ਦਾ ਆਈਡੀਓਲੋਜੀ, ਕਿਸੇ ਦੇਸ਼ ਦੀ ਸੋਚ ਨੂੰ, ਕਿਸੇ ਦੇਸ਼ ਦੀ ਵਿਚਾਰਧਾਰਾ ਨੂੰ, ਅਗਰ ਕਿਸੇ ਦੇਸ਼ ਨੂੰ ਪਰਖਣਾ ਹੈ ਤਾਂ ਉਸਦੀ ਵਿਚਾਰਧਾਰਾ ਨੂੰ ਪਰਖ ਲੈਣਾ ਚਾਹੀਦਾ ਹੈ। ਸੋ ਇਸ ਕਰਕੇ ਵਿਚਾਰਧਾਰਾ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੰਪੋਰਟੈਂਸ ਰੱਖਦੀ ਹੈ। ਲੈਕ ਆਫ ਦ ਕੰਸਿਸਟੈਂਸੀ, ਇਕਸਾਰਤਾ ਦੀ ਕਮੀ ਹੈ। ਮੋਰਗੈਂਥੋ ਖੁਦ ਹੀ ਆਪਣੇ ਵਿਚਾਰਾਂ ਦੇ ਵਿੱਚ ਇਕਸਾਰਤਾ ਨਹੀਂ ਪਾਉਂਦਾ। ਉਹਦਾ ਵਿਚਾਰ ਹੈ ਕਿ ਸ਼ਕਤੀ ਲਈ ਸੰਘਰਸ਼, ਵਿਵਾਦ ਅਤੇ ਮਤਭੇਦਾਂ ਆਦਿ ਨੂੰ ਅੰਤਰਰਾਸ਼ਟਰੀ ਰਾਜਨੀਤੀ ਦੀ ਕੁਦਰਤੀ ਵਿਸ਼ੇਸ਼ਤਾਵਾਂ ਨੂੰ ਸਵੀਕਾਰ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਇਹ ਵੀ ਮੰਨਦਾ ਹੈ ਕਿ ਅੰਤਰਰਾਸ਼ਟਰੀ ਰਾਜਨੀਤੀ ਕਦੇ ਵੀ ਨਾ ਖਤਮ ਹੋਣ ਵਾਲਾ ਸ਼ਕਤੀ ਲਈ ਸੰਘਰਸ਼ ਹੈ, ਪਰੰਤੂ ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਅਤੇ ਇਕਸੁਰਤਾ ਵੀ ਕਾਇਮ ਕਰਨਾ ਚਾਹੁੰਦਾ ਹੈ। ਉਸ ਤੋਂ ਬਾਅਦ ਹੈ ਮੋਰਗੈਂਥੋ ਦਾ ਇਹ ਵਿਚਾਰ ਜਿਹੜਾ ਹੈਗਾ, ਇਹ ਥਿਊਰੀ ਜਿਹੜੀ ਹੈਗੀ ਕਈ ਪ੍ਰਸ਼ਨਾਂ ਨੂੰ ਜਨਮ ਦਿੱਤੇ, ਜਿਵੇਂ ਸੈਨਿਕ ਗੱਠਜੋੜ ਸ਼ਾਂਤੀ ਦੇ ਸਾਧਨ ਸਨ, ਜਿਨ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਇਸਨੇ ਕਹਿੰਦੇ ਨੇ ਕਿ ਐਕਸਪਲੇਨ ਨਹੀਂ ਕੀਤਾ ਗਿਆ, ਹੈ ਨਾ। ਕਈ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਪ੍ਰਸ਼ਨਾਂ ਨੂੰ ਜਨਮ ਦਿੰਦੀਆਂ ਨੇ, ਹੈ ਨਾ। ਸੋ ਬੇਟਾ ਇਸ 'ਤੇ ਜਿਹੜਾ ਕਨਕਲੂਜਨ ਹੈ ਇਹਦੇ ਵਿੱਚ ਤੁਸੀਂ 2 ਮਾਰਕਸ ਦਾ ਕਨਕਲੂਜਨ ਲਿਖ ਕੇ, ਠੀਕ ਹੈ, ਇਹਦੇ ਵਿੱਚ ਤੁਸੀਂ ਇੰਨਾ ਹੀ ਲਿਖੋਗੇ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਤਰਰਾਸ਼ਟਰੀ ਰਾਜਨੀਤੀ ਨਾਲ ਸੰਬੰਧਿਤ ਯਥਾਰਥਵਾਦ ਦ੍ਰਿਸ਼ਟੀਕੋਣ, ਜਿਸ ਨੂੰ ਮੋਰਗੈਂਥੋ ਦਾ ਆਦਰਸ਼ਵਾਦ ਦ੍ਰਿਸ਼ਟੀਕੋਣ ਵੀ, ਯਥਾਰਥਵਾਦ ਦ੍ਰਿਸ਼ਟੀਕੋਣ ਵੀ ਕਿਹਾ ਜਾਂਦਾ ਹੈ, ਇਸ ਵਿੱਚ ਕਾਫੀ ਕਮੀਆਂ ਪਾਈਆਂ ਗਈਆਂ ਨੇ ਔਰ ਇਹ ਆਪਣਾ ਰਾਸ਼ਟਰ ਦਾ ਵਿਵਹਾਰ ਦਾ ਪੂਰਨ ਵਰਣਨ ਕਰਨ ਦੇ ਵਿੱਚ ਅਸਫਲ ਵੀ ਰਿਹਾ, ਪਰੰਤੂ ਕਿਤੇ ਨਾ ਕਿਤੇ ਜਿਹੜਾ ਹੈਗਾ ਮੋਰਗੈਂਥੋ ਦਾ ਇਹ ਵਿਚਾਰ ਜਿਹੜਾ ਹੈਗਾ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਆਪਣੀ ਇੱਕ ਅਲੱਗ ਥਾਂ ਰੱਖਦਾ ਹੈ। ਬਸ ਤੁਸੀਂ ਇੰਨਾ ਹੀ ਕਰਨਾ ਇਹਦੇ ਵਿੱਚ, ਠੀਕ ਹੈ।